ਸ਼੍ਰੀ ਅਕਾਲ ਜੀ। ਅੱਜ ਤੁਹਾਡੇ ਸਾਰਿਆਂ ਲਈ ਮੈਂ ਲੈ ਕੇ ਆ ਗਿਆ ਲਾਈਫ ਪ੍ਰੋਸੈਸਿਸ ਦਾ ਪਾਰਟ 3 ਤੇ ਇਸ ਦੇ ਨਾਲ ਹੀ ਜਿਹੜਾ ਆਪਾਂ ਇਸ ਚੈਪਟਰ ਦੀਆਂ ਪਹਿਲਾਂ 2 ਹੋਰ ਵੀਡੀਓਜ਼ ਪਾ ਚੁੱਕੇ ਹਾਂ ਤੇ ਇਸ ਤੀਸਰੇ ਪਾਰਟ ਦੇ ਨਾਲ ਇਹ ਚੈਪਟਰ ਦਾ ਆਪਾਂ ਅੰਤ ਕਰਾਂਗੇ। ਤੇ ਚਲੋ ਜੀ, ज़्यादा ਸਮਾਂ ਨਾ ਵੇਸਟ ਕਰਦੇ ਹੋਏ ਇਸ ਚੈਪਟਰ ਨੂੰ ਸਟਾਰਟ ਕਰਦੇ ਹਾਂ ਤੇ ਆਪਣਾ ਬਾਇਓਲੋਜੀ ਕਲਾਸ 10th ਦਾ ਇਹ ਚੈਪਟਰ ਖਤਮ ਕਰਦੇ ਹਾਂ। ਚਲੋ ਜੀ, ਅੱਜ ਦਾ ਪਹਿਲਾ ਕੁਐਸਚਨ ਕਹਿੰਦੇ ਜੀ ਆਇਡੈਂਟੀਫਾਈ ਦਾ ਕਰੈਕਟ ਪਾਥ ਆਫ ਯੂਰੀਨ ਇਨ ਦਾ ਹਿਊਮਨ ਬੋਡੀ। ਕਹਿੰਦੇ ਜੀ ਜਿਹੜਾ ਆਪਣੇ ਸਰੀਰ ਦੇ ਵਿੱਚ ਯੂਰੀਨ ਹੁੰਦਾ ਹੈ, ਇਹਦਾ ਕਰੈਕਟ ਪਾਥ ਕੀ ਹੈ। ਇਹਦਾ ਕਰੈਕਟ ਪਾਥ ਤੁਹਾਨੂੰ ਮੈਂ ਦੱਸ ਦਿੰਦਾ ਜੀ। ਸਭ ਤੋਂ ਪਹਿਲਾਂ ਆਉਂਦੀ ਹੈ ਜੀ ਕਿਡਨੀ। ਕਿਡਨੀ ਤੋਂ ਅੱਗੇ ਹੁੰਦੇ ਨੇ ਜੀ ਯੂਰੇਟਰ। ਕਿਡਨੀ ਤੋਂ ਅੱਗੇ ਆ ਜਾਂਦਾ ਜੀ ਯੂਰੇਟਰ। ਯੂਰੇਟਰ ਤੋਂ ਬਾਅਦ ਆ ਜਾਂਦਾ ਜੀ ਆਪਣਾ ਬਲੈਡਰ, ਯੂਰੀਨਰੀ ਬਲੈਡਰ, ਤੇ ਲਾਸਟ ਵਿੱਚ ਹੁੰਦਾ ਜੀ ਯੂਰੇਥਰਾ। ਇੱਥੇ ਆ ਜਾਏਗੀ ਆਪਣੇ ਕੋਲ ਆਪਸ਼ਨ ਡੀ। ਇਹ ਹੈ ਜੀ ਇਸ ਦਾ ਕਰੈਕਟ ਆਨਸਰ। ਚਲਦੇ ਹਾਂ ਜੀ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਦ ਪ੍ਰੋਸੀਜਰ ਯੂਜ਼ਡ ਫॉर ਕਲੀਨਿੰਗ ਦ ਬਲੱਡ ਆਫ ਅ ਪਰਸਨ ਬਾਈ ਸੈਪਰੇਟਿੰਗ ਯੂਰੀਆ ਫਰੋਮ ਇਟ। ਇਹ ਥੋੜਾ ਮਿਸਪ੍ਰਿੰਟ ਹੋ ਗਿਆ। ਇਹਦਾ ਕੀ ਆਏਗਾ ਜੀ। ਕਹਿੰਦੇ ਜੀ ਇਸ ਤਰ੍ਹਾਂ ਦੇ ਪ੍ਰੋਸੀਜਰ ਦੱਸੋ ਜਿੰਦੇ ਵਿੱਚ ਇੱਕ ਪਰਸਨ ਦੇ ਖੂਨ ਵਿੱਚੋਂ ਯੂਰੀਆ ਕੱਢ ਲਿਆ ਜਾਂਦਾ ਹੈ। ਇਸ ਨੂੰ ਕੀ ਬੋਲਦੇ ਨੇ? ਇਸ ਨੂੰ ਬੋਲਦੇ ਨੇ ਜੀ ਡਾਇਲਿਸਿਸ। ਆਪਸ਼ਨ ਸੀ ਡਾਇਲਿਸਿਸ। ਡਾਇਲਿਸਿਸ ਦੇ ਦੌਰਾਨ ਆਪਾਂ ਕੀ ਕਰਦੇ ਹਾਂ, ਇੱਕ ਪਰਸਨ ਦੇ ਖੂਨ ਦੇ ਵਿੱਚੋਂ ਜਿਹੜਾ ਯੂਰੀਆ ਹੈ ਉਹਨੂੰ ਅਲੱਗ ਕਰ ਲੈਂਦੇ ਹਾਂ। ਚਲਦੇ ਹਾਂ ਜੀ ਆਪਣੇ ਅੱਜ ਦੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਆਪਣਾ ਕੁਐਸਚਨ ਹੈ, ਕਹਿੰਦੇ ਵੇਅਰ ਇਜ਼ ਦ ਡਰਟੀ ਬਲੱਡ ਇਨ ਅਵਰ ਬੋਡੀ ਇਜ਼ ਫਿਲਟਰਡ। ਕਹਿੰਦੇ ਜੀ ਜਿਹੜਾ ਗੰਦਾ ਖੂਨ ਹੁੰਦਾ ਆਪਣੇ ਸਰੀਰ ਦੇ ਵਿੱਚ, ਇਹਨੂੰ ਕਿੱਥੇ ਸਾਫ਼ ਕੀਤਾ ਜਾਂਦਾ ਹੈ। ਆਪਣਾ ਜਿਹੜਾ ਗੰਦਾ ਖੂਨ ਹੁੰਦਾ ਸਰੀਰ ਦਾ ਜੀ, ਇਸ ਨੂੰ ਕਿਡਨੀ ਦੇ ਵਿੱਚ ਸਾਫ਼ ਕੀਤਾ ਜਾਂਦਾ ਹੈ। ਅਕਸਰ ਬੱਚੇ ਲੰਗਸ ਵਿੱਚ ਕਨਫਿਊਜ਼ ਰਹਿੰਦੇ ਨੇ। ਲੰਗਸ ਵਿੱਚ ਇਹਨੂੰ ਆਕਸੀਜਨੇਟ ਕੀਤਾ ਜਾਂਦਾ ਹੈ ਤੇ ਕਿਡਨੀ ਵਿੱਚ ਇਹਨੂੰ ਫਿਲਟਰ ਕੀਤਾ ਜਾਂਦਾ ਹੈ। ਦੋਨਾਂ ਗੱਲਾਂ ਦਾ ਖਾਸ ਖਿਆਲ ਰੱਖਣਾ ਹੈ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਨੇਮ ਦ ਟਿਊਬ ਵਿੱਚ ਕਨੈਕਟ ਕਿਡਨੀ ਟੂ ਯੂਰੀਨਰੀ ਬਲੈਡਰ। ਆਪਾਂ ਉੱਪਰ ਪੜ੍ਹ ਕੇ ਆਏ ਜੀ ਕਿਡਨੀ ਤੇ ਯੂਰੀਨਰੀ ਬਲੈਡਰ ਦੇ ਵਿੱਚ ਆਪਣੇ ਕੋਲ ਆਉਂਦੀ ਜੀ ਯੂਰੇਟਰ। ਕੀ ਆਉਂਦੀ ਹੈ? ਯੂਰੇਟਰ। ਆਪਸ਼ਨ ਡੀ ਆਪਣੇ ਕੋਲ ਇੱਥੇ ਕਰੈਕਟ ਆ ਗਈ। ਆਪਣਾ ਅਗਲਾ ਕੁਐਸਚਨ ਜੀ ਕਹਿੰਦੇ ਜੀ ਵਨ ਆਫ ਦ ਫੋਲੋਇੰਗ ਡਜ਼ ਨਾਟ ਹੈਵ ਅ ਨਿਊਕਲੀਅਸ। ਪਿਛਲੇ ਜਿਹੜਾ ਤੁਹਾਡਾ 2364 ਵਾਲਾ ਕੁਐਸਚਨ ਹੋਇਆ ਪੇਪਰ ਹੋਇਆ ਸੀ, ਉਸ ਦੇ ਵਿੱਚ ਇਹ ਕੁਐਸਚਨ ਆਇਆ ਸੀ। ਕਹਿੰਦੇ ਇਹਨਾਂ ਵਿੱਚੋਂ ਕਿਹਦੇ ਕੋਲ ਇੱਕ ਨਿਊਕਲੀਅਸ ਨਹੀਂ ਹੁੰਦਾ। ਯਾਦ ਰੱਖਣਾ ਜੀ ਜਿਹੜੀਆਂ ਆਪਣੇ ਕੋਲ ਲਾਲ ਰਕਤ ਕੋਸ਼ਿਕਾਵਾਂ ਨੇ, ਰੈੱਡ ਬਲੱਡ ਸੈੱਲ ਨੇ, ਇਹਨਾਂ ਕੋਲ ਆਪਣਾ ਨਿਊਕਲੀਅਸ ਨਹੀਂ ਹੁੰਦਾ ਜੀ। ਠੀਕ ਹੈ ਜੀ, ਬਹੁਤ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ। ਕੁਐਸਚਨ 2364 ਵਾਲੇ ਪੇਪਰ ਦੇ ਵਿੱਚ ਐਜ਼ ਇਟ ਇਜ਼ ਆਇਆ ਹੋਇਆ ਸੀ। ਆਪਣੇ ਅਗਲੇ ਕੁਐਸਚਨ ਵੱਲ ਚਲਦੇ ਹਾਂ ਜੀ। ਕਹਿੰਦੇ ਜੀ ਦ ਕੰਪੋਨੈਂਟ ਆਫ ਬਲੱਡ ਵਿਚ ਮੇਕਸ ਕੈਮੀਕਲ ਨੋਨ ਐਜ਼ ਐਂਟੀਬੋਡੀ। ਕਹਿੰਦੇ ਜੀ ਖੂਨ ਦਾ ਉਹ ਭਾਗ ਜਿਹੜਾ ਐਂਟੀਬੋਡੀਜ਼ ਬਣਾਉਂਦਾ ਹੈ, ਇਹ ਹੁੰਦਾ ਜੀ ਵਾਈਟ ਬਲੱਡ ਸੈੱਲ। ਇਹ ਸੈੱਲਾਂ ਨੂੰ ਆਪਾਂ ਲਿੰਫੋਸਾਈਟ, ਲਿਊਕੋਸਾਈਟ ਜਾਂ ਫਿਰ ਸੋਲਜਰ ਆਫ ਦ ਬੋਡੀ ਵੀ ਆਖਦੇ ਹਾਂ। ਆਪਸ਼ਨ ਬੀ ਕੀ ਆ ਜਾਏਗਾ ਜੀ? ਵਾਈਟ ਬਲੱਡ ਸੈੱਲ। ਇਹ ਬਣਾਉਂਦੇ ਨੇ ਜੀ ਐਂਟੀਬੋਡੀਜ਼। ਆਪਣਾ ਅਗਲਾ ਕੁਐਸਚਨ ਕਹਿੰਦੇ ਜੀ ਐਨ ਐਨੀਮਲ ਇਨ ਵਿਚ ਆਕਸੀਜਨੇਸ਼ਨ ਆਫ ਬਲੱਡ ਡਜ਼ ਨਾਟ ਟੇਕਸ ਪਲੇਸ ਇਨ ਲੰਗਸ। ਦੇਖੋ ਜੀ ਲੰਗਸ ਵਿੱਚ, ਫੇਫੜਿਆਂ ਵਿੱਚ, ਇਹਨਾਂ ਵਿੱਚੋਂ ਕਿਹਦੇ ਵਿੱਚ ਆਕਸੀਜਨੇਸ਼ਨ ਨਹੀਂ ਹੁੰਦੀ। ਦੇਖੋ ਜੀ ਜਿਹੜਾ ਬੰਦਾ ਪਾਣੀ ਵਿੱਚ ਰਹੇਗਾ ਉਹਦੇ 'ਚ ਕਿੱਥੇ ਹੋਏਗੀ? ਆਪਣੇ ਕੋਲ ਗਿਲਸ ਦੇ ਥਰੂ ਹੋਏਗੀ। ਸੋ ਇੱਥੇ ਆਪਣੇ ਕੋਲ ਆਪਸ਼ਨ ਕੀ ਬਣ ਰਹੀ ਹੈ ਜੀ? ਆਪਸ਼ਨ ਬੀ। ਜਿਹੜੀ ਫਿਸ਼ ਹੁੰਦੀ ਹੈ, ਜੋ ਮੱਛੀ ਹੁੰਦੀ ਹੈ, ਉਹਦੇ ਗਲਫੜਿਆਂ ਦੇ ਰਾਹੀਂ ਜਿਹੜੀ ਉਹਦੇ ਵਿੱਚ ਆਕਸੀਜਨ ਹੁੰਦੀ ਹੈ, ਮਤਲਬ ਜਾਂਦੀ ਹੈ, ਕਾਰਬਨ ਡਾਈਆਕਸਾਈਡ ਤੇ ਆਕਸੀਜਨ ਗਲਫਰੈਂਡ ਦੇ ਰਾਹੀਂ ਐਕਸਚੇਂਜ ਹੁੰਦਾ ਹੈ, ਜਿਹਨੂੰ ਆਪਾਂ ਇੰਗਲਿਸ਼ 'ਚ ਗਿਲਸ ਬੋਲਦੇ ਹਾਂ। ਸੋ ਇੱਥੇ ਆਪਣਾ ਆਨਸਰ ਕੀ ਬਣ ਜਾਏਗਾ ਜੀ? ਆਪਸ਼ਨ ਬੀ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਵਿਚ ਆਫ ਦ ਫੋਲੋਇੰਗ ਕੈਰੀਜ਼ ਸਬਸਟੈਂਸਿਸ ਅਪਵਰਡ ਐਜ਼ ਵੈਲ ਐਜ਼ ਡਾਊਨਵਰਡ। ਹੁਣ ਇੱਥੇ ਇੱਕ ਗੱਲ ਸਮਝਣ ਵਾਲੀ, ਦੇਖੋ ਪਲਾਂਟ ਵਿੱਚ 2 ਤਰ੍ਹਾਂ ਦੇ ਟਿਸ਼ੂ ਹੁੰਦੇ ਨੇ। ਇੱਕ ਹੁੰਦਾ ਜੀ ਆਪਣੇ ਕੋਲ ਫਲੋਇਮ, ਇੱਕ ਹੁੰਦਾ ਜੀ ਜ਼ਾਈਲਮ। ਐਕਸ ਨਾਲ ਜ਼ਾਈਲਮ ਤੇ ਪੀ ਨਾਲ ਫਲੋਇਮ। ਜਿਹੜਾ ਫਲੋਇਮ ਹੈ ਉਹ ਚੀਜ਼ਾਂ ਨੂੰ ਅਪਵਰਡ ਤੇ ਡਾਊਨਵਰਡ ਦੋਨਾਂ ਸਾਈਡ ਲਿਜਾ ਸਕਦਾ ਹੈ, ਬਟ ਜਿਹੜਾ ਜ਼ਾਈਲਮ ਹੈ ਉਹ ਚੀਜ਼ਾਂ ਨੂੰ ਸਿਰਫ ਅਪਵਰਡ ਲੈ ਕੇ ਜਾਂਦਾ ਹੈ। ਸੋ ਇੱਥੇ ਆਪਣਾ ਆਨਸਰ ਬਣ ਜਾਏਗਾ ਜੀ ਆਪਸ਼ਨ ਸੀ। ਇਸ ਨੂੰ ਯਾਦ ਜ਼ਰੂਰ ਰੱਖਣਾ ਹੈ। ਫਲੋਇਮ ਨੂੰ ਆਪਾਂ ਬਾਈ ਡਾਇਰੈਕਸ਼ਨਲ ਵੀ ਬੋਲਦੇ ਹਾਂ ਤੇ ਜ਼ਾਈਲਮ ਹੁੰਦਾ ਜੀ ਜਿਹੜਾ, ਇਹ ਕੀ ਹੁੰਦਾ ਆਪਣੇ ਕੋਲ? ਯੂਨੀ ਡਾਇਰੈਕਸ਼ਨਲ ਹੁੰਦਾ ਹੈ। ਚਲਦੇ ਹਾਂ ਜੀ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਵਿਚ ਆਫ ਦ ਫੋਲੋਇੰਗ ਇਜ਼ ਨੋਟ ਅ ਕੌਨਸਟੀਟਿਊਐਂਟ ਆਫ ਬਲੱਡ। ਇਹਨਾਂ ਵਿੱਚੋਂ ਕਿਹੜਾ ਖੂਨ ਦਾ ਹਿੱਸਾ ਨਹੀਂ ਹੈ? ਰੈੱਡ ਬਲੱਡ ਸੈੱਲ ਹੈ ਜੀ, ਵਾਈਟ ਬਲੱਡ ਸੈੱਲ ਵੀ ਹੈਗਾ ਜੀ, ਸੀਵ ਪਲੇਟ। ਇਹ ਟਿਸ਼ੂ ਸਿਸਟਮ, ਪਲਾਂਟ ਦੇ ਟਿਸ਼ੂ ਸਿਸਟਮ ਦਾ ਇੱਕ ਹਿੱਸਾ ਹੈ। ਬਲੱਡ ਦੇ ਵਿੱਚ ਇਸ ਦਾ ਕੋਈ ਵੀ ਕੰਮ ਨਹੀਂ ਹੈਗਾ। ਤੇ ਲਾਸਟ ਪਲੈਟਲੇਟ ਵੀ ਬਲੱਡ ਦਾ ਹਿੱਸਾ ਹੈ। ਸੋ ਇੱਥੇ ਆਪਣਾ ਕਰੈਕਟ ਆਨਸਰ ਕੀ ਬਣ ਜਾਏਗਾ ਜੀ? ਆਪਸ਼ਨ ਸੀ ਜੀ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਇਫ ਅ ਪੇਸ਼ੈਂਟ ਇਜ਼ ਪੁੱਟ ਔਨ ਡਾਇਲਿਸਿਸ ਹੀ ਇਜ਼ ਮੋਸਟ ਲਾਈਕਲੀ ਸਫਰਿੰਗ ਫਰੋਮ ਅ ਸੀਵੀਅਰ ਏਲਮੈਂਟ ਆਫ। ਕਹਿੰਦੇ ਜੀ ਇੱਕ ਬੰਦਾ ਅਗਰ ਡਾਇਲਿਸਿਸ 'ਤੇ ਹੈ ਤੇ ਉਹਦੇ ਸਰੀਰ ਦੇ ਕਿਹੜੇ ਸਿਸਟਮ ਦੇ ਵਿੱਚ ਦਿੱਕਤ ਚੱਲ ਰਹੀ ਹੈ?
ਆਮ ਹੀ ਤੁਸੀਂ ਸੁਣਿਆ ਹੋਏਗਾ ਜੀ, ਜਿਸ ਬੰਦੇ ਦੀਆਂ ਕਿਡਨੀਆਂ ਖਰਾਬ ਹੋ ਜਾਂਦੀਆਂ ਉਹਨੂੰ ਡਾਇਲਸਿਸ ਤੇ ਲਗਾ ਦਿੱਤਾ ਜਾਂਦਾ ਹੈ। ਆਪਸ਼ਨ ਆ ਜਾਏਗੀ ਜੀ ਆਪਣੇ ਕੋਲ ਸੀ ਐਕਸਕ੍ਰੀਟਰੀ ਸਿਸਟਮ, ਆਪਸ਼ਨ ਸੀ ਐਕਸਕ੍ਰੀਟਰੀ ਸਿਸਟਮ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਵਾਟਰ ਐਬਜ਼ੌਰਪਸ਼ਨ ਥਰੂ ਰੂਟਸ ਕੈਨ ਬੀ ਇਨਕਰੀਜ਼ਡ ਬਾਏ ਕੀਪਿੰਗ ਅ ਪੋਟਡ ਪਲਾਂਟ ਇਨ। ਕਹਿੰਦੇ ਜੀ ਇੱਕ ਪੌਦੇ ਨੂੰ ਕਿੱਥੇ ਰੱਖੀਏ ਤੇ ਜਿਹੜਾ ਜਿਹੜੀਆਂ ਉਹਦੀਆਂ ਜੜ੍ਹਾਂ ਨੇ ਉਹ ਪਾਣੀ ਦੀ ਅਬਜ਼ੌਰਪਸ਼ਨ ਨੂੰ ਸਟਾਰਟ ਕਰ ਦੇਣਗੀਆਂ। ਹੁਣ ਇੱਥੇ ਕੀ ਫਿਨੋਮੀਨਾ ਯੂਜ਼ ਹੁੰਦਾ ਹੈ, ਇੱਥੇ ਯੂਜ਼ ਹੁੰਦੀ ਹੈ ਜੀ ਟਰਾਂਸਪੀਰੇਸ਼ਨ। ਟਰਾਂਸਪੀਰੇਸ਼ਨ ਹੁੰਦਾ ਜੀ ਪੌਦੇ ਦੇ ਪੱਤੇ ਤੋਂ, ਪੌਦੇ ਦੇ ਪੱਤੇ ਦੇ ਨਿੱਕੇ ਨਿੱਕੇ ਛੇਕ ਹੁੰਦੇ ਨੇ, ਇੱਥੋਂ ਪਾਣੀ ਦਾ ਉੱਡਣਾ। ਪਾਣੀ ਕਦੋਂ ਛੇਤੀ ਉੱਡੇਗਾ, ਜਾਂ ਤਾਂ ਉੱਥੇ ਧੁੱਪ ਬਹੁਤ ਤੇਜ਼ ਹੋਵੇ ਜਾਂ ਉੱਥੇ ਹਵਾ ਚੱਲ ਰਹੀ ਹੋਵੇ, ਠੀਕ ਹੈ ਜੀ। ਉੱਥੇ ਹਿਊਮਿਡਿਟੀ ਘੱਟ ਹੋਣੀ ਚਾਹੀਦੀ ਹੈ। ਜਦੋਂ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਤੇ ਉਦੋਂ ਜਿਹੜੀ ਰੂਟਸ ਕੋ ਐਬਜ਼ੌਰਪਸ਼ਨ ਹੈ ਉਹ ਕੀ ਹੋਏਗੀ ਜੀ, ਫਾਸਟ ਹੋਏਗੀ। ਆਪਾਂ ਇੱਥੇ ਆਪਸ਼ਨ ਦੇਖਦੇ ਹਾਂ। ਕਹਿੰਦੇ ਜੀ ਇਨ ਦਾ ਸ਼ੇਡ, ਆਪਾਂ ਜੇ ਛਾਂ ਦੇ ਵਿੱਚ ਰੱਖ ਦਾਂਗੇ, ਨਹੀਂ ਜੀ ਐਸਾ ਨਹੀਂ ਹੋਏਗਾ। ਇਨ ਦਾ ਡਿਮ ਲਾਈਟ, ਉਦੋਂ ਵੀ ਐਵੇਂ ਨਹੀਂ ਹੋਏਗਾ। ਕਵਰਡ ਵਿਦ ਪੋਲੀਥੀਨ ਬੈਗ, ਜਦੋਂ ਪੋਲੀਥੀਨ ਬੈਗ ਵਿੱਚ ਮੰਨ ਲਓ ਆਪਾਂ ਕਵਰ ਕਰ ਦਾਂਗੇ ਪੱਤੇ ਨੂੰ, ਤੇ ਕੀ ਹੋਏਗਾ ਜੀ, ਜਾਂ ਪੂਰੇ ਪਲਾਂਟ ਨੂੰ, ਉੱਥੇ ਵੀ ਇਹ ਚੀਜ਼ ਫਾਸਟ ਨਹੀਂ ਹੋਏਗੀ। ਆਪਸ਼ਨ ਕਿਹੜੀ ਆ ਗਈ ਜੀ ਆਪਣੇ ਕੋਲ, ਆਪਸ਼ਨ ਸੀ। ਜਦੋਂ ਆਪਾਂ ਇੱਕ ਪੌਦੇ ਨੂੰ ਪੱਖੇ ਥੱਲੇ ਰੱਖ ਦਾਂਗੇ, ਟਰਾਂਸਪੀਰੇਸ਼ਨ ਦੀ ਪ੍ਰੋਸੈਸ ਫਾਸਟ ਹੋ ਜਾਏਗੀ ਤੇ ਆਪਣੇ ਕੋਲ ਜਿਹੜੇ ਪੌਦੇ ਨੇ ਉਹ ਵੀ ਕੀ ਕਰਨ ਲੱਗ ਜਾਣਗੇ ਜੀ, ਜਲਦੀ ਜਲਦੀ ਰੂਟਸ ਕੋਲੋਂ ਪਾਣੀ ਐਬਜ਼ੌਰਬ ਕਰਨ ਲੱਗ ਜਾਣਗੇ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਅ ਬਲੱਡ ਵੈਸਲ ਵਿਚ ਕੈਰੀਜ਼ ਬਲੱਡ ਬੈਕ ਟੂ ਹਾਰਟ। ਕਹਿੰਦੇ ਦੇਖੋ ਦੋ ਗੱਲਾਂ ਨੇ ਜੀ, ਆਪਣਾ ਦਿਲ ਹੈ ਜੀ, ਦਿਲ ਤੋਂ ਬਲੱਡ ਗਿਆ ਤੇ ਇੱਕ ਦਿਲ ਦੇ ਵਿੱਚ ਬਲੱਡ ਆਇਆ। ਦਿਲ ਤੋਂ ਬਲੱਡ ਲੈ ਕੇ ਕੌਣ ਜਾਂਦਾ ਹੈ ਜੀ, ਉਹ ਲੈ ਕੇ ਜਾਂਦੀਆਂ ਆਰਟਰੀਜ਼, ਤੇ ਦਿਲ ਵਿੱਚ ਬਲੱਡ ਵਾਪਸ ਲੈ ਕੇ ਕੌਣ ਆਉਂਦਾ ਜੀ, ਉਹ ਲੈ ਕੇ ਆਉਂਦੇ ਨੇ ਜੀ ਆਪਣੇ ਕੋਲ ਵੇਨਸ। ਆਪਸ਼ਨ ਬੀ ਇਜ਼ ਦਾ ਕਰੈਕਟ ਆਂਸਰ। ਚਲਦੇ ਹਾਂ ਜੀ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਬਲੱਡ ਇਜ਼ ਪੰਪਡ ਫਰੋਮ ਦ ਹਾਰਟ ਟੂ ਦ ਐਂਟਾਇਰ ਬੋਡੀ ਬਾਏ। ਕਹਿੰਦੇ ਜੀ ਜਿਹੜਾ ਆਪਣੇ ਕੋਲ ਬਲੱਡ ਏ, ਕਹਿੰਦੇ ਹਾਰਟ ਤੋਂ ਸਾਰੀ ਬੋਡੀ ਵਿੱਚ ਕਿਹਦੇ ਥਰੂ ਭੇਜਿਆ ਜਾਂਦਾ। ਦੇਖੋ ਜੀ ਹਾਰਟ ਦੇ 4 ਚੈਂਬਰ ਨੇ, ਯਾਦ ਰੱਖਣਾ ਹੈ। ਇਸ ਤਰ੍ਹਾਂ 4 ਚੈਂਬਰ ਆਪਣਾ ਹਾਰਟ ਹੁੰਦਾ ਹੈ। ਜਿਹੜੇ ਉੱਪਰ ਵਾਲੇ 2 ਹੁੰਦੇ ਨੇ ਇਹਨਾਂ ਨੂੰ ਬੋਲਦੇ ਨੇ ਜੀ ਐਟਰੀਅਮ ਜਾਂ ਏਟਰੀਆ। ਜਿਹੜੇ ਨੀਚੇ ਵਾਲੇ ਹੁੰਦੇ ਨੇ ਜੀ ਉਹਨਾਂ ਨੂੰ ਬੋਲਦੇ ਨੇ ਵੈਂਟਰੀਕਲ ਵੀ ਨਾਲ। ਸੋ ਇੱਥੇ ਆਪਣਾ ਆਪਸ਼ਨ ਕੀ ਆ ਜਾਏਗਾ, ਆਪਸ਼ਨ ਬੀ ਵੈਂਟਰੀਕਲ। ਉਮੀਦ ਕਰਦਾ ਤੁਹਾਨੂੰ ਇਹ ਸਾਰੇ ਕੁਐਸਚਨ ਬੜੀ ਚੰਗੀ ਤਰ੍ਹਾਂ ਸਮਝ ਆ ਰਹੇ ਹੋਣਗੇ। ਇੱਕ ਮੈਂ ਤੁਹਾਨੂੰ ਇਹ ਵੀ, ਚਲੋ ਗਾਰੰਟੀ ਤਾਂ ਨਹੀਂ ਆਪਾਂ ਕਹਿੰਦੇ, ਫਿਰ ਵੀ 99% ਮੇਰੀ ਸ਼ਿਓਰਿਟੀ ਹੈ ਅਗਰ ਤੁਸੀਂ ਇਹ ਸਾਰੇ ਕੁਐਸਚਨਸ ਕਰ ਲੋਗੇ ਤਾਂ ਕੋਈ ਵੀ ਕੁਐਸਚਨ ਇਹਨਾਂ ਤੋਂ ਬਾਹਰ ਨਹੀਂ ਆਏਗਾ, ਠੀਕ ਹੈ ਜੀ। ਪਿਛਲੇ ਸਾਲ ਵੀ ਜਿਹੜਾ ਪੇਪਰ ਹੋਇਆ ਸੀ, ਸਾਰੇ ਦੇ ਸਾਰੇ ਕੁਐਸਚਨ ਐਜ਼ ਇਟ ਇਜ਼ ਸਿਮਿਲਰ ਆਏ ਸੀ, ਇੱਥੋਂ ਹੀ ਆਏ ਸੀ ਜੋ ਮੈਂ ਇਹ ਮਟੀਰੀਅਲ ਯੂਜ਼ ਕਰ ਰਿਹਾ। ਸੋ ਤੁਸੀਂ ਵੀ ਇਹ ਕੁਐਸਚਨਸ ਨੂੰ ਚੰਗੀ ਤਰ੍ਹਾਂ ਲਿਖ ਕੇ ਕਰ ਲਓ, ਸੋ ਦੈਟ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਇਹਦੇ ਵਿੱਚੋਂ ਆਏ ਤੇ ਤੁਹਾਨੂੰ ਭੁੱਲਣਾ ਨਹੀਂ ਚਾਹੀਦਾ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਦ ਬਲੱਡ ਲੀਵਿੰਗ ਦ ਟਿਸ਼ੂ ਬਿਕਮਜ਼ ਰਿਚਰ ਇਜ਼। ਕਹਿੰਦੇ ਜਿਹੜਾ ਬਲੱਡ ਟਿਸ਼ੂ ਤੋਂ ਨਿਕਲ ਰਿਹਾ ਉਹਦੇ 'ਚ ਕੀ ਜ਼ਿਆਦਾ ਹੁੰਦਾ। ਟਿਸ਼ੂ ਕੀ ਕਰਦੇ ਨੇ ਜੀ, ਆਕਸੀਜਨ ਲੈ ਲੈਂਦੇ ਨੇ ਤੇ ਕਾਰਬਨ ਡਾਈਆਕਸਾਈਡ ਦੇ ਦਿੰਦੇ ਨੇ। ਸੋ ਆਪਸ਼ਨ ਕੀ ਆ ਗਈ ਜੀ ਆਪਣੇ ਕੋਲ, ਏ। ਆਪਸ਼ਨ ਏ, ਜਦੋਂ ਟਿਸ਼ੂ ਤੋਂ ਬਲੱਡ ਨਿਕਲੇਗਾ ਉਹਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਜ਼ਿਆਦਾ ਹੋਏਗੀ। ਅੱਗੇ ਆ ਗਿਆ ਜੀ ਅੱਛਾ ਕੁਐਸਚਨ। ਕਹਿੰਦੇ ਜੀ ਵਾਟ ਪ੍ਰੀਵੈਂਟਸ ਦ ਬੈਕ ਫਲੋ ਆਫ ਬਲੱਡ ਇਨਸਾਈਡ ਦ ਹਾਰਟ ਡਿਊਰਿੰਗ ਕੰਟਰੈਕਸ਼ਨ। ਕਹਿੰਦੇ ਜੀ ਹਾਰਟ ਦੇ ਵਿੱਚ ਜਦੋਂ ਕੰਟਰੈਕਸ਼ਨ ਹੁੰਦੀ ਹੈ, ਠੀਕ ਹੈ ਜੀ, ਤੇ ਜਿਹੜਾ ਬਲੱਡ ਹੈ ਉਹ ਪਿਛਾਂ ਨੂੰ ਕਿਉਂ ਨਹੀਂ ਜਾਂਦਾ, ਵਾਪਸ ਨੂੰ ਕਿਉਂ ਨਹੀਂ ਜਾਂਦਾ। ਦੇਖੋ ਆਪਣੇ ਕੋਲ ਹਾਰਟ ਹੈ, ਠੀਕ ਹੈ ਜੀ, ਆਪਾਂ ਇੱਕ ਚੈਂਬਰ ਦੀ ਗੱਲ ਕਰ ਰਹੇ ਹਾਂ। ਜਦੋਂ ਬਲੱਡ ਉੱਪਰੋਂ ਨੀਚੇ ਆਏਗਾ, ਠੀਕ ਹੈ ਜੀ, ਨੀਚੇ ਵਾਲਾ ਚੈਂਬਰ ਕੰਟਰੈਕਟ ਕਰੇਗਾ ਤੇ ਬਲੱਡ ਵਾਪਸ ਕਿਉਂ ਨਹੀਂ ਜਾਂਦਾ। ਹਾਰਟ ਵਿੱਚ ਹੁੰਦੇ ਨੇ ਜੀ ਵਾਲਵਸ। ਆਪਸ਼ਨ ਬੀ ਵਾਲਵਸ ਹੁੰਦੇ ਨੇ। ਵਾਲਵ ਕਰਕੇ, ਜਿਵੇਂ ਆਪਣੇ ਘਰਾਂ ਵਿੱਚ ਆਮ ਮੋਟਰਾਂ ਹੁੰਦੀਆਂ ਨੇ ਜੀ, ਮੋਟਰਾਂ ਦੇ ਵਿੱਚ ਲੱਗਿਆ ਹੁੰਦਾ ਵਨ ਸਾਈਡਡ ਵਾਲਵ, ਕਿ ਪਾਣੀ ਇੱਕ ਸਾਈਡ ਨੂੰ ਜਾ ਸਕਦਾ ਹੈ ਬਟ ਉੱਥੋਂ ਵਾਪਸ ਨਹੀਂ ਆਏਗਾ। ਜਿਵੇਂ ਆਪਣੇ ਘਰ ਵਿੱਚ ਮੋਟਰ ਹੁੰਦੀ ਹੈ, ਜਿਹੜੀ ਮੋਟਰ ਤੋਂ ਉੱਪਰ ਟੈਂਕੀ ਵਿੱਚ ਪਾਣੀ ਜਾਂਦਾ, ਉੱਥੇ ਇੱਕ ਵਾਲਵ ਲੱਗਿਆ ਹੁੰਦਾ ਕਿ ਪਾਣੀ ਸਿਰਫ ਉੱਪਰ ਨੂੰ ਜਾ ਸਕਦਾ, ਉੱਪਰੋਂ ਥੱਲੇ ਵਾਪਸ ਨਹੀਂ ਆ ਸਕਦਾ। ਉਸੇ ਤਰ੍ਹਾਂ ਦਾ ਹੀ ਸੇਮ ਵਾਲਵ ਆਪਣੇ ਹਾਰਟ ਦੇ ਵਿੱਚ ਵੀ ਲੱਗਿਆ ਹੁੰਦਾ। ਚਲਦੇ ਹਾਂ ਜੀ ਅੱਗੇ। ਜਿਹੜਾ ਆਪਾਂ ਪਹਿਲਾਂ ਕੁਐਸਚਨ ਕਰਕੇ ਆਏ ਸੀ ਸੇਮ ਆ ਗਿਆ ਜੀ। ਕਹਿੰਦੇ ਇਹਨਾਂ ਵਿੱਚੋਂ ਕਿਹੜਾ ਕਰੈਕਟ ਪਾਥ ਹੈ। ਹੁਣ ਇਹਦਾ ਤੁਸੀਂ ਆਨਸਰ ਮੈਨੂੰ ਥੱਲੇ ਕਮੈਂਟ ਸੈਕਸ਼ਨ ਵਿੱਚ ਦੇ ਸਕਦੇ ਹੋ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਇਨ ਵਿਚ ਆਫ ਦ ਫੋਲੋਇੰਗ ਵਰਟੀਬ੍ਰੇਟ ਹਾਰਟ ਡਜ਼ ਨੋਟ ਪੰਪ ਆਕਸੀਜਨੇਟਡ ਬਲੱਡ ਟੂ ਡਿਫਰੈਂਟ ਪਾਰਟ। ਦੇਖੋ ਜੀ ਕਹਿੰਦੇ ਇਹਨਾਂ ਵਿੱਚੋਂ ਕਿਹਦੇ ਵਿੱਚ ਜਿਹੜਾ ਹਾਰਟ ਹੈ ਉਹ ਆਕਸੀਜਨ ਵਾਲਾ ਬਲੱਡ ਕੀ ਕਰਦਾ ਜੀ, ਅੱਗੇ ਸਾਰੇ ਸਰੀਰ ਵਿੱਚ ਪੰਪ ਨਹੀਂ ਕਰਦਾ। ਦੇਖੋ ਜ਼ਿਆਦਾ ਇਸ ਵੇਲੇ ਆਪਾਂ ਥਿਊਰੀ ਦੇ ਵਿੱਚ ਨਹੀਂ ਪੈਣਾ, ਤੁਸੀਂ ਜਸਟ ਯਾਦ ਰੱਖੋ ਪਾਈਸਿਸ ਮਤਲਬ ਜੀ ਮੱਛੀਆਂ। ਮੱਛੀਆਂ ਦੇ ਵਿੱਚ ਜਿਹੜਾ ਹਾਰਟ ਹੁੰਦਾ ਜੀ 2 ਚੈਂਬਰ ਵਾਲਾ ਹਾਰਟ ਹੁੰਦਾ ਹੈ। 2 ਚੈਂਬਰ ਵਾਲਾ ਹਾਰਟ ਕੀ ਕਰਦਾ ਜੀ, ਉਹਦੇ ਕੋਲ ਇੰਨੀ ਸ਼ਮਤਾ ਨਹੀਂ ਹੁੰਦੀ ਕਿ ਉਹ ਆਕਸੀਜਨੇਟਡ ਤੇ ਡੀਆਕਸੀਜਨੇਟਡ ਨੂੰ ਬਲੱਡ ਨੂੰ ਅਲੱਗ-ਅਲੱਗ ਰੱਖੇ ਤੇ ਉਹਨੂੰ ਪੰਪ ਕਰੇ। ਸੋ ਇੱਥੇ ਜਸਟ ਤੁਸੀਂ ਯਾਦ ਰੱਖ ਲਓ ਆਪਸ਼ਨ ਡੀ ਪਾਈਸਿਸ, ਠੀਕ ਹੈ ਜੀ। ਚਲਦੇ ਹਾਂ ਅੱਗੇ। ਕਹਿੰਦੇ ਜੀ ਵਿਚ ਵੇਨ ਬ੍ਰਿੰਗ ਦ ਕਲੀਨ ਬਲੱਡ ਫਰੋਮ ਲੰਗਸ ਟੂ ਹਾਰਟ।
ठीक है जी। कहते किहड़ी वेन है जिहड़ी साफ खून लैके आंदी है जी कित्थों लंग्स तो हार्ट दे विच। इत्थे जिहड़ा अपना आंसर बनदा है जी अपने कोल आंसर बनेगा जी ऑप्शन बी पलूमनरी वेन। हुण देखो वेन है पर चंगा खून किवें याद रखना है हार्ट दे विच उल्टा काम करदियां। जिहड़ी पलूमनरी वेन हुंदी है वो लंग्स तो चंगा खून हार्ट तक लैके आंदी है। इसनूं याद रखना है कन्फ्यूजिंग है बट एक हार्ट ही है जिथे वेन ते आर्टरीज आपस विच उल्ट काम करदियां। ठीक है जी। चलते हैं अगे। कहते जी विच ब्लड वैसल डज नॉट कैरी एनी कार्बन डाइऑक्साइड। किंदे विच कार्बन डाइऑक्साइड नहीं होंदी। हुणे आपां क्वेश्चन कीता जी जिहड़ी पलूमनरी वेन है वो लंग्स तो हार्ट तक चंगा खून लैके आंदी है सो इस दे विच कार्बन डाइऑक्साइड की मात्रा नहीं होंदी। चलते हैं जी अगे। अच्छा क्वेश्चन है बहुत ही अच्छा क्वेश्चन है। कहते जी इट हैज़ बीन फाउंड दैट people living in very high mountain have many more red blood corpuscles in their blood than living in plain। ਹੁਣ ਇਹਦਾ ਮੈਂ ਪੰਜਾਬੀ 'ਚ ਮਤਲਬ ਸਮਝਾ ਦੇਵਾਂ। ਕਹਿੰਦੇ ਜੀ ਜਿਹੜੇ ਲੋਕ ਪਹਾੜਾਂ 'ਤੇ ਰਹਿੰਦੇ ਨੇ ਉਹਨਾਂ ਵਿੱਚ RBC ਜਾਂ ਕਹਿ ਲਓ ਹੀਮੋਗਲੋਬਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਕਿਹਨਾਂ ਨਾਲੋਂ ਜਿਹੜੇ ਪੱਧਰੇ ਇਲਾਕਿਆਂ ਵਿੱਚ ਰਹਿੰਦੇ ਨੇ ਆਪਣੇ ਵਰਗੇ ਜਿਹੜੇ ਮੰਨ ਲਓ ਪੰਜਾਬ ਸਾਈਡ ਰਹਿੰਦੇ ਨੇ। ਇਹਦਾ ਕੀ ਕਾਰਨ ਹੈ ਜੀ ਜਿਵੇਂ ਜਿਵੇਂ ਆਪਾਂ ਹਵਾ ਦੇ ਵਿੱਚ ਉੱਪਰ ਜਾਂਦੇ ਹਾਂ ਆਪਸ਼ਨ ਸੀ ਦੇਖੋ ਜੀ ਜਿਹੜਾ ਹਵਾ ਦਾ ਪ੍ਰੈਸ਼ਰ ਹੁੰਦਾ ਨਾ ਜੀ ਇਹ ਕੀ ਹੁੰਦਾ ਘਟ ਜਾਂਦਾ। ਜੇ ਹਵਾ ਦਾ ਪ੍ਰੈਸ਼ਰ ਘਟਦਾ ਤੇ ਆਕਸੀਜਨ ਦੀ ਘੁਲਣ ਦੀ ਸ਼ਮਤਾ ਵੀ ਕੀ ਹੁੰਦੀ ਹੈ ਜੀ ਘਟ ਜਾਂਦੀ ਹੈ। ਜਦੋਂ ਆਕਸੀਜਨ ਦੇ ਘੁਲਣ ਦੀ ਸ਼ਮਤਾ ਘਟ ਜਾਂਦੀ ਹੈ ਤੇ ਉੱਥੇ ਆਪਣਾ ਸਰੀਰ ਕੀ ਕਰਦਾ ਜੀ ਉਹ ਜਿਹੜੇ ਰੈੱਡ ਬਲੱਡ ਸੈਲਸ ਨੇ ਇਹਨਾਂ ਦੀ ਮਾਤਰਾ ਵਧਾ ਦਿੰਦਾ ਸੋ ਦੈਟ ਸਰੀਰ ਦੀ ਜਿਹੜੀ ਲੋੜ ਹੈ ਉਹ ਪੂਰੀ ਕੀਤੀ ਜਾ ਸਕੇ। ਠੀਕ ਹੈ ਜੀ ਆਪਸ਼ਨ ਸੀ ਇੱਥੇ ਆਪਣੇ ਕੋਲ ਆ ਗਈ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਇਹ ਆਪਸ਼ਨ ਸੀ ਇਹਦਾ ਕਰੈਕਟ ਆਨਸਰ ਹੈ ਤੁਸੀਂ ਮਾਰਕ ਕਰ ਲੈਣਾ। ਅੱਗੇ ਚਲਦੇ ਹਾਂ ਜੀ। ਕਹਿੰਦੇ ਦ ਫਲੋਇਮ ਟਿਸ਼ੂ ਇਨ ਪਲਾਂਟਸ ਇਜ਼ ਰਿਸਪੋਂਸੀਬਲ ਫॉर द ट्रांसपोर्ट ऑफ। मैं ਤੁਹਾਨੂੰ ਇਹਦਾ ਯਾਦ ਕਰਨ ਦਾ ਸੌਖਾ ਤਰੀਕਾ ਦੱਸ ਦਿੰਦਾ। ਐਫ ਤੋਂ ਫਲੋਇਮ ਤੇ ਐਫ ਤੋਂ ਫੂਡ। ਐਫ ਤੋਂ ਫਲੋਇਮ ਤੇ ਐਫ ਤੋਂ ਫੂਡ। ਹੁਣ ਫੂਡ ਇਹਨਾਂ 'ਚੋਂ ਕਿਹੜਾ ਜੀ ਸ਼ੂਗਰ। ਠੀਕ ਹੈ ਜੀ। ਸ਼ੂਗਰ ਨੂੰ ਟਰਾਂਸਪੋਰਟ ਕਰਨ ਲਈ ਕੌਣ ਰਿਸਪੋਂਸੀਬਲ ਹੈ ਫਲੋਇਮ। ਤੇ ਜ਼ਾਈਲਮ ਦਾ ਵੀ ਯਾਦ ਕਰਨ ਦਾ ਸੌਖਾ ਤਰੀਕਾ ਦੱਸ ਦਿੰਦਾ। ਜ਼ਾਈਲਮ ਐਕਸ ਤੋਂ ਐਕਸ ਤੇ ਡਬਲਿਊ ਨੇੜੇ ਨੇੜੇ ਨੇ ਨਾ ਜੀ। ਜ਼ਾਈਲਮ ਤੇ ਡਬਲਿਊ ਵਾਟਰ। ਜ਼ਾਈਲਮ ਕੀ ਕੰਡਕਟ ਕਰਦਾ ਹੈ ਵਾਟਰ ਤੇ ਫਲੋਇਮ ਕੀ ਕੰਡਕਟ ਕਰਦਾ ਹੈ ਫੂਡ। ਇਸ ਨੂੰ ਤੁਸੀਂ ਯਾਦ ਰੱਖਣਾ ਬਿਲਕੁਲ ਵੀ ਭੁੱਲਣਾ ਨਹੀਂ। ਬੜਾ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ ਜੀ। ਅੱਗੇ ਚਲਦੇ ਹਾਂ ਜੀ। ਕਹਿੰਦੇ ਵਿਚ ਆਫ ਦ ਫੋਲੋਇੰਗ ਹੈਜ਼ 3 ਚੈਂਬਰ ਹਰਟ। ਕਹਿੰਦੇ ਇਹਨਾਂ ਵਿੱਚੋਂ ਕਿਹਦੇ ਕੋਲ 3 ਚੈਂਬਰ ਵਾਲਾ ਹਰਟ ਹੈ। ਹੁਣ ਇਹਦੇ ਦੇਖੋ ਦੱਸਣ ਨੂੰ ਮੈਂ ਤੁਹਾਨੂੰ ਇਹਦਾ ਆਨਸਰ ਸਿੱਧਾ ਵੀ ਦੱਸ ਦਿੰਦਾ ਬਟ ਤੁਸੀਂ ਪਹਿਲਾਂ ਇਹਦੀ ਥੋੜ੍ਹੀ ਜਿਹੀ ਥਿਊਰੀ ਸਮਝਣੀ ਹੈ। ਸਭ ਤੋਂ ਪਹਿਲਾਂ ਆਈਆਂ ਜੀ ਆਪਣੇ ਕੋਲ ਮੱਛਲੀਆਂ। ਮੱਛਲੀਆਂ ਦੇ ਵਿੱਚ ਹੁੰਦਾ 2 ਚੈਂਬਰ ਵਾਲਾ ਹਰਟ। ਫਿਰ ਆਏ ਜੀ ਆਪਣੇ ਕੋਲ ਐਮਫੀਬੀਅਨ। ਐਮਫੀਬੀਅਨ ਮਤਲਬ ਜੀ ਡੱਡੂ ਵਰਗੇ ਪ੍ਰਾਣੀ ਜਿਹੜੇ ਪਾਣੀ ਵਿੱਚ ਵੀ ਰਹਿੰਦੇ ਨੇ ਅਤੇ ਜਿਹੜੇ ਲੈਂਡ ਵਿੱਚ ਵੀ ਰਹਿੰਦੇ ਨੇ। ਇਹਨਾਂ ਕੋਲ ਹੁੰਦਾ ਸੀ ਜੀ 3 ਚੈਂਬਰ ਵਾਲਾ ਹਰਟ। ਠੀਕ ਹੈ ਜੀ। ਅੱਗੇ ਆਪਣੇ ਕੋਲ ਆ ਗਿਆ ਜੀ ਆ ਜਾਂਦੇ ਨੇ ਰੈਪਟਾਈਲ ਰੇਂਗਣ ਵਾਲੇ ਜੀਵ। ਰੇਂਗਣ ਵਾਲੇ ਜੀਵਾਂ ਕੋਲ ਵੀ ਹੁੰਦਾ ਜੀ 3 ਚੈਂਬਰ ਵਾਲਾ ਹਰਟ। ਉਸ ਤੋਂ ਬਾਅਦ ਆਉਂਦੇ ਨੇ ਜੀ ਪੰਛੀ। ਪੰਛੀਆਂ ਕੋਲ ਹੁੰਦਾ ਜੀ 4 ਚੈਂਬਰ ਵਾਲਾ ਹਰਟ। ਅਤੇ ਫਿਰ ਆ ਜਾਂਦੇ ਨੇ ਮੈਮਲ ਇਨਸਾਨ। ਇਹਨਾਂ ਕੋਲ ਵੀ ਹੁੰਦਾ ਜੀ 4 ਚੈਂਬਰ ਵਾਲਾ ਹਾਰਟ। 4 ਚੈਂਬਰ ਵਾਲਾ ਜਿਹੜਾ ਹਰਟ ਹੁੰਦਾ ਜੀ ਇਹ ਆਕਸੀਜਨੇਟਿਡ ਅਤੇ ਡੀਆਕਸੀਜਨੇਟਿਡ ਬਲੱਡ ਨੂੰ ਅਲੱਗ-ਅਲੱਗ ਕਰਕੇ ਰੱਖਦਾ। ਇਹਦੇ ਕਰਕੇ ਉਹਦੀ ਐਫੀਸ਼ੀਐਂਸੀ ਜ਼ਿਆਦਾ ਹੁੰਦੀ ਹੈ। ਹੁਣ ਦੇਖੋ ਜੀ ਇੱਥੇ ਆਪਣੇ ਕੋਲ ਆਪਸ਼ਨ ਬੀ ਵਿੱਚ ਲੀਜ਼ਟ। ਲੀਜ਼ਟ ਕੀ ਹੈ ਜੀ ਆਪਣੇ ਕੋਲ ਇੱਕ ਰੈਪਟਾਈਲ ਰੇਂਗਣ ਵਾਲਾ ਜੀਵ ਹੈ। ਇਹਦੇ ਵਿੱਚ ਕਿਹੜਾ ਹਰਟ ਹੁੰਦਾ ਜੀ 3 ਚੈਂਬਰ ਵਾਲਾ ਹਰਟ। ਅਤੇ ਆਪਾਂ ਆਪਣੀਆਂ ਪਿਛਲੀਆਂ ਵੀਡੀਓ ਵਿੱਚ ਡਿਸਕਸ ਕੀਤਾ ਇੱਕ ਰੈਪਟਾਈਲ ਐਵੇਂ ਦਾ ਵੀ ਹੈਗਾ ਜਿਹਦੇ ਵਿੱਚ 4 ਚੈਂਬਰ ਹੁੰਦੇ ਨੇ। ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ। ਠੀਕ ਹੈ ਜੀ। ਚਲਦੇ ਹਾਂ ਅੱਗੇ। अपना अगला क्वेश्चन आ गया जी। कहते इन विच ऑफ द फॉलोइंग आर द लार्जेस्ट अमाउंट ऑफ नाइट्रोजन एक्सक्रीटेड फ्रॉम मैमीलियन बॉडी। कहते जिहड़ी मैमल मतलब जिहड़े स्तनधारी जीव ने इन्हां विचों सब तो ज़्यादा अमाउंट ऑफ नाइट्रोजन किस तरीके नाल रिलीज़ की जाती कढ़ी जाती है। देखो जी साह दे नाल आपां कार्बन डाइऑक्साइड कढ़दे हाँ। स्वैट दे नाल आपां नमक ते पानी नूं कढ़दे हाँ। की आ जांदा जी अपने कोल यूरीन। यूरीन की मदद दे नाल आपां जिहड़ा नाइट्रोजन वाला वेस्ट है उसनूं अपने शरीर विचों बाहर कढ़दे हाँ। लास्ट ऑप्शन भी दस देना फीसिस मतलब जी अपना जिहड़ा सॉलिड वेस्ट इहदे नाल अपना जिहड़ा अनपचिया भोजन हुंदा जी सॉलिड वो आपां बाहर कढ़दे हाँ। चलते हैं जी अगले क्वेश्चन वाल। कहंदे जी विच ऑफ द नहीं ऑप्शन अपना आंसर सी है जी इत्थे। ठीक है ध्यान रखना है इनका मैं तुहानूं वैसे ऑप्शन डी बारे दस दिया कि है कि। ठीक है जी। चलते हैं जी अगे।
ਕਹਿੰਦੇ ਜੀ ਵਿਚ ਆਫ ਦ ਫੋਲੋਇੰਗ ਹੈਜ਼ ਸਾਈਟੋਪਲਾਜ਼ਮ ਬਟ ਨੋ ਨਿਊਕਲੀਅਸ। ਹੁਣ ਇਹ ਕੁਐਸਚਨ ਆਪਾਂ ਉੱਪਰ ਵੀ ਇੱਕ ਡਿਸਕਸ ਕੀਤਾ ਸੀ, ਇਨਸਾਨੀ ਸਰੀਰ ਦੇ ਵਿੱਚ ਵੀ ਇੱਕ ਐਵੇਂ ਦਾ ਸੈੱਲ ਹੈ ਜਿਹਦੇ ਵਿੱਚ ਨਿਊਕਲੀਅਸ ਨਹੀਂ, ਤੇ ਪੌਦਿਆਂ ਦੇ ਵਿੱਚ ਵੀ ਇੱਕ ਐਵੇਂ ਦਾ ਸੈੱਲ ਹੈ ਜਿਹਦੇ ਵਿੱਚ ਨਿਊਕਲੀਅਸ ਨਹੀਂ ਹੈਗਾ। ਪਤਾ ਨਹੀਂ ਕਿਉਂ ਮੇਰਾ ਦਿਲ ਕਹਿੰਦਾ ਜੀ ਜਿਵੇਂ ਪਿਛਲੀ ਵਾਰ ਉਹ ਕੁਐਸਚਨ ਆਇਆ ਸੀ, ਇਸ ਵਾਰ ਇਹ ਕੁਐਸਚਨ ਦੇ ਆਉਣ ਦੇ ਚਾਂਸ ਬਹੁਤ ਜ਼ਿਆਦਾ ਨੇ। ਇਹ ਤੁਸੀਂ ਯਾਦ ਰੱਖਣਾ ਜੀ, ਹੁੰਦੀਆਂ ਆਪਣੇ ਕੋਲ ਸੀਵ ਟਿਊਬਸ। ਸੀਵ ਟਿਊਬਸ ਕੋਲ ਸਾਈਟੋਪਲਾਜ਼ਮ ਹੁੰਦਾ ਬਟ ਨਿਊਕਲੀਅਸ ਨਹੀਂ ਹੁੰਦਾ। ਰੱਟਾ ਮਾਰ ਲਓ, ਲਿਖ ਲਓ, ਬਹੁਤ ਇੰਪੋਰਟੈਂਟ ਕੁਐਸਚਨ। ਮੇਰਾ ਦਿਲ ਕਹਿੰਦਾ ਜੀ ਇਹ ਕੁਐਸਚਨ ਆ ਸਕਦਾ ਇਸ ਵਾਰ ਪੇਪਰ ਵਿੱਚ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਅਗਲਾ ਕੁਐਸਚਨ ਆਪਣੇ ਕੋਲ, ਦ ਪ੍ਰੋਸੈਸ ਆਫ ਕੈਰਿੰਗ ਫੂਡ ਫਰੋਮ ਦ ਲੀਵਸ ਟੂ ਅਦਰ ਪਾਰਟ ਆਫ ਦ ਪਲਾਂਟ। ਕਹਿੰਦੇ ਜੀ ਪੌਦੇ ਦੇ ਵਿੱਚ ਜਿਹੜੇ ਆਪਣੇ ਲੀਫ ਨੇ, ਪੱਤੇ ਨੇ, ਪੱਤਿਆਂ ਤੋਂ ਬਾਕੀ ਹਿੱਸਿਆਂ ਤੱਕ ਭੋਜਨ ਨੂੰ ਲਿਜਾਣ ਨੂੰ ਕੀ ਕਹਿੰਦੇ ਨੇ? ਇਸ ਨੂੰ ਬੋਲਦੇ ਨੇ ਜੀ ਟਰਾਂਸਲੋਕੇਸ਼ਨ। ਆਪਸ਼ਨ ਸੀ ਕੀ ਬੋਲਿਆ ਜਾਂਦਾ? ਟਰਾਂਸਲੋਕੇਸ਼ਨ। ਯਾਦ ਰੱਖਣਾ ਹੈ ਤੁਸੀਂ। ਆ ਜਾਓ ਜੀ ਅੱਗੇ। ਕਹਿੰਦੇ ਜੀ ਵਿਚ ਆਫ ਦ ਫੋਲੋਇੰਗ ਇਜ਼ ਓਨਲੀ ਕੰਡਕਟਿੰਗ ਟਿਸ਼ੂ ਇਨ ਨੋਨ ਫਲਾਵਰਿੰਗ ਪਲਾਂਟ। ਹੁਣ ਇਹਦੇ ਤੇ ਤੁਸੀਂ ਜ਼ਿਆਦਾ ਬੋਝ ਨਹੀਂ ਪਾਉਣਾ। ਨੋਨ ਫਲਾਵਰਿੰਗ ਪਲਾਂਟ ਵਿੱਚ ਆਪਣੇ ਕੋਲ 4 ਕੈਟੇਗਰੀਆਂ ਆ ਜਾਂਦੀਆਂ। ਐਲਗੀ ਵੀ ਆ ਜਾਂਦੀ, ਬ੍ਰਾਇਓਫਾਈਟ, ਟ੍ਰਾਈਡੋਫਾਈਟਸ ਤੇ ਆਪਣੇ ਕੋਲ ਜਿਮਨੋਸਪਰਮ ਆ ਜਾਂਦੇ ਨੇ। ਜਸਟ ਇੱਥੇ ਯਾਦ ਰੱਖ ਲਓ ਕੀ ਹੁੰਦੇ ਨੇ ਜੀ? ਟ੍ਰੈਕੀਡਸ। ਵੈਸੇ ਆਮ ਤੌਰ 'ਤੇ ਜ਼ਾਈਲਮ ਵਿੱਚ 4 ਹੁੰਦੇ ਪਾਰਟ ਹੁੰਦੇ ਨੇ, ਬਟ ਨੋਨ ਫਲਾਵਰਿੰਗ ਪਲਾਂਟਸ ਦੇ ਵਿੱਚ ਸਿਰਫ ਇੱਕੋ ਪਾਰਟ ਹੁੰਦਾ ਹੈ, ਟ੍ਰੈਕੀਡਸ। ਠੀਕ ਹੈ ਜੀ। ਚਲਦੇ ਹਾਂ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਵਿਚ ਆਫ ਦ ਫੋਲੋਇੰਗ ਹੈਲਪਸ ਇਨ ਦ ਅਪਵਰਡ ਮੂਵਮੈਂਟ ਆਫ ਵਾਟਰ ਐਂਡ ਡਿਜ਼ੋਲਵਡ ਮਿਨਰਲ ਫਰੋਮ ਦ ਰੂਟਸ ਟੂ ਲੀਵਸ ਐਂਡ ਥਰੂ ਦ ਸਟੈਮ। ਹੁਣ ਦੇਖੋ ਤੁਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ ਵਿੱਚ ਫਰੂਟੀ ਪੀਤੀ ਹੋਏਗੀ ਜੀ। ਠੀਕ ਹੈ। ਫਰੂਟੀ ਵਿੱਚ ਕੀ ਕਰਦੇ ਹਾਂ ਜੀ? ਆਪਾਂ ਪਾਈਪ ਦੇ ਥਰੂ ਫਰੂਟੀ ਨੂੰ ਖਿੱਚਦੇ ਹਾਂ, ਨੀਚਿਓਂ ਫਰੂਟੀ ਪਾਈਪ ਦੇ ਥਰੂ ਆਪਣੇ ਮੂੰਹ ਦੇ ਵਿੱਚ ਆ ਜਾਂਦੀ ਹੈ। ਇਸੇ ਤਰ੍ਹਾਂ ਹੀ ਕੁਝ ਠੀਕ ਪੌਦਿਆਂ ਦੇ ਵਿੱਚ ਹੁੰਦਾ। ਇਸ ਪ੍ਰੋਸੈਸ ਨੂੰ ਬੋਲਦੇ ਨੇ ਜੀ ਟਰਾਂਸਪੀਰੇਸ਼ਨ। ਹੁਣ ਇਹ ਫਰੂਟੀ ਕੌਣ ਪੀਂਦਾ? ਇਹ ਪੀਂਦਾ ਕੌਣ ਹੈ ਜੀ? ਸੂਰਜ ਪੀਂਦਾ। ਸੂਰਜ ਕੀ ਕਰਦਾ ਜੀ? ਪੱਤਿਆਂ ਦੇ ਕੋਲੋਂ ਆਪਣੀ ਗਰਮੀ ਨਾਲ ਪਾਣੀ ਖਿੱਚਦਾ। ਪਾਣੀ ਦੀ ਸਮਝ ਲਓ ਜੀ ਇੱਕ ਪੂਰੀ ਇਸ ਤਰ੍ਹਾਂ ਲਾਈਨ ਬਣੀ ਹੁੰਦੀ ਹੈ ਜੀ। ਪਾਣੀ ਹੌਲੀ ਹੌਲੀ ਕੀ ਕਰਦਾ ਜੀ? ਜਿਵੇਂ ਸੂਰਜ ਆਪਣੀ ਗਰਮੀ ਨਾਲ ਖਿੱਚਦਾ, ਪਾਣੀ ਹੌਲੀ ਹੌਲੀ ਉੱਪਰ ਵੱਧਦਾ, ਹਵਾ ਵਿੱਚ ਉੱਡ ਜਾਂਦਾ ਅਤੇ ਸਾਰਾ ਪਾਣੀ ਨੀਚੇ ਖਿੱਚਦਾ ਉੱਪਰ ਪੱਤਿਆਂ ਤੱਕ ਪਹੁੰਚ ਜਾਂਦਾ। ਠੀਕ ਹੈ ਜੀ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਵਿਚ ਆਫ ਦ ਫੋਲੋਇੰਗ ਡਜ਼ ਨਾਟ ਹੈਵ ਵਾਲਵ। ਵਾਲਵ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਤਾ ਜੀ। ਵਾਲਵ ਉਹ ਚੀਜ਼ ਜਿਹੜੀ ਖੂਨ ਨੂੰ ਜਾਂ ਕਿਸੇ ਵੀ ਤਰਲ ਨੂੰ ਇੱਕ ਸਾਈਡ ਜਾਣ ਦਿੰਦੀ ਹੈ, ਦੂਸਰੀ ਸਾਈਡ ਵਾਪਸ ਨਹੀਂ ਆਉਣ ਦਿੰਦੀ। ਦੇਖੋ ਜੀ ਹਾਰਟ ਵਿੱਚ ਵਾਲਵ ਹੁੰਦੇ ਨੇ, ਆਰਟਰੀਜ਼ ਦੇ ਵਿੱਚ ਵੀ ਵਾਲਵ ਹੁੰਦੇ ਨੇ, ਵੇਨਸ ਦੇ ਵਿੱਚ ਵੀ ਵਾਲਵਸ ਹੁੰਦੇ ਨੇ। ਇਹਨਾਂ ਵਿੱਚੋਂ ਕਿਹਦੇ ਵਿੱਚ ਨਹੀਂ ਹੁੰਦੇ? ਆਪਣੇ ਕੋਲ ਆਪਸ਼ਨ ਆ ਗਈ ਜੀ ਸੀ, ਕੈਪੀਲਰੀਜ਼। ਕੈਪੀਲਰੀਜ਼ ਵਿੱਚ ਵੀ ਵਾਲਵ ਨਹੀਂ ਹੁੰਦੇ। ਠੀਕ ਹੈ ਜੀ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਵਿਚ ਆਫ ਦ ਫੋਲੋਇੰਗ ਇਜ਼ ਅਕੰਪਨਿਸ਼ਡ ਇਨ ਪਲਾਂਟਸ ਬਾਈ ਯੂਟੀਲਾਈਜ਼ਿੰਗ ਦ ਐਨਰਜੀ ਸਟੋਰਡ ਇਨ ATP। ਹੁਣ ਇਹ ਕੁਐਸਚਨ ਦਾ ਅਰਥ ਸਮਝੋ। ਕਹਿੰਦੇ ਜੀ ਪਲਾਂਟਸ ਦੇ ਵਿੱਚ ਇਹਨਾਂ ਵਿੱਚੋਂ ਕਿਹੜੀ ਪ੍ਰੋਸੈਸ ਹੈ ਜਿਹਦੇ ਲਈ ਆਪਾਂ ਨੂੰ ਐਨਰਜੀ ਯੂਜ਼ ਕਰਨੀ ਪੈਂਦੀ ਹੈ? ਸਿੰਪਲ ਹੈ ਜੀ। ਯਾਦ ਰੱਖਣਾ ਜੀ ਕਦੇ ਵੀ ਪਾਣੀ ਨੂੰ ਖਿੱਚਣ ਲਈ ਐਨਰਜੀ ਨਹੀਂ ਯੂਜ਼ ਕਰਨੀ ਪੈਂਦੀ। ਫੂਡ ਨੂੰ ਟਰਾਂਸਪੋਰਟ ਕਰਨ ਲਈ ਆਪਾਂ ਨੂੰ ਐਨਰਜੀ ਯੂਜ਼ ਕਰਨੀ ਪੈਂਦੀ ਹੈ। ਸੋ ਆਪਸ਼ਨ ਆ ਗਈ ਜੀ ਆਪਸ਼ਨ ਏ, ਟਰਾਂਸਪੋਰਟ ਆਫ ਫੂਡ। ਠੀਕ ਹੈ ਜੀ। ਬਾਕੀ ਕਿਸੇ ਵੀ ਆਪਸ਼ਨ 'ਤੇ ਤੁਸੀਂ ਧਿਆਨ ਨਹੀਂ ਦੇਣਾ। ਜਿੱਥੇ ਮਿਲ ਜਾਵੇ ਤੁਹਾਨੂੰ ਟਰਾਂਸਪੋਰਟ ਆਫ ਫੂਡ ਨੂੰ ਉੱਪਰ ਜਾਂ ਨੀਚੇ ਪਹੁੰਚਾਉਣ ਲਈ ਆਪਾਂ ਨੂੰ ਐਨਰਜੀ ਲਾਉਣੀ ਪੈਂਦੀ ਹੈ। ਇੱਥੇ ਇੱਕ ਗੱਲ ਹੋਰ ਦੱਸਦਾ, 2 ਤਰ੍ਹਾਂ ਦਾ ਟਰਾਂਸਪੋਰਟ ਹੁੰਦਾ ਜੀ। ਇੱਕ ਹੁੰਦਾ ਐਕਟਿਵ ਟਰਾਂਸਪੋਰਟ, ਇੱਕ ਹੁੰਦਾ ਪੈਸਿਵ ਟਰਾਂਸਪੋਰਟ। ਐਕਟਿਵ ਟਰਾਂਸਪੋਰਟ ਐਵੇਂ ਦਾ ਟਰਾਂਸਪੋਰਟ ਜਿਸ ਵਿੱਚ ਆਪਾਂ ਨੂੰ ਐਨਰਜੀ ਲਾਣੀ ਪੈਂਦੀ ਐਕਟਿਵ ਵਿੱਚ, ਅਤੇ ਪੈਸਿਵ ਵਿੱਚ ਆਪਾਂ ਨੂੰ ਕੋਈ ਐਨਰਜੀ ਨਹੀਂ ਲਾਣੀ ਪੈਂਦੀ। ਬਿਨਾਂ ਐਨਰਜੀ ਦੇ ਹੀ ਕੀ ਹੁੰਦਾ ਜੀ? ਆਪਣਾ ਜਿਹੜੀ ਕੋਈ ਵੀ ਚੀਜ਼ ਹੈ ਉਹ ਟਰਾਂਸਫਰ ਹੋ ਜਾਂਦੀ ਹੈ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਕੋਗੂਲੇਸ਼ਨ ਆਫ ਬਲੱਡ ਇਨ ਅ ਕੱਟ ਔਰ ਵਾਊਂਡ ਇਜ਼ ਬਰੋਟ ਅਬਾਊਟ ਬਾਏ। ਕਹਿੰਦੇ ਜੀ ਖੂਨ ਨੂੰ ਕੌਣ ਜਮਾਨ ਦੇ ਵਿੱਚ ਮਦਦ ਕਰਦਾ ਹੈ? ਹੁਣ ਇਹਦਾ ਆਨਸਰ ਤਾਂ ਇਹ ਪਲੇਟਲੇਟਸ। ਇੱਕ ਇੱਥੇ ਮੈਂ ਸਵਾਲ ਹੋਰ ਦੇ ਰਿਹਾ ਜੀ, ਖੂਨ ਨੂੰ ਜਮਾਉਣ ਦੇ ਵਿੱਚ ਕਿਹੜਾ ਵਿਟਾਮਿਨ ਮਦਦ ਕਰਦਾ ਹੈ? ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਹੈ। ਅਤੇ ਕੋਈ ਵੀ ਵਿਟਾਮਿਨ ਦਾ ਕੈਮੀਕਲ ਨੇਮ ਬਿਲਕੁਲ ਨਹੀਂ ਛੱਡ ਕੇ ਜਾਣਾ। ਬਹੁਤ ਜ਼ਿਆਦਾ ਇੰਪੋਰਟੈਂਟ ਨੇ ਆਪਣੇ ਕੋਲ ਵਿਟਾਮਿਨਸ, ਅਤੇ ਇਸ ਨੂੰ ਤੁਸੀਂ ਯਾਦ ਕਰ ਲੈਣਾ। ਅਗਰ ਕਿਸੇ ਨੂੰ ਇਹਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਦੱਸ ਸਕਦਾ ਹੈ। ਮੈਂ ਇਹਦੇ 'ਤੇ ਇੱਕ ਤੁਹਾਡੇ ਲਈ ਵੱਖਰੀ ਵੀਡੀਓ ਬਣਾ ਦੇਵਾਂਗਾ ਜੀ। ਚਲਦੇ ਹਾਂ ਜੀ ਅੱਗੇ। ਕਹਿੰਦੇ ਜੀ ਦ ਬਲੱਡ ਵੈਸਲਸ ਵਿਚ ਕੈਰੀ ਆਕਸੀਜਨੇਟਿਡ ਬਲੱਡ ਫਰੋਮ ਦ ਲੰਗਸ ਟੂ ਹਾਰਟ। ਕਹਿੰਦੇ ਜੀ ਲੰਗਸ ਤੋਂ ਹਾਰਟ ਦੇ ਵਿੱਚ ਕੀ ਕਰਦੇ ਨੇ ਜੀ? ਆਕਸੀਜਨੇਟਿਡ ਬਲੱਡ। ਪਹਿਲਾਂ ਵੀ ਕੁਐਸਚਨ ਡਿਸਕਸ ਹੋ ਗਿਆ ਜੀ, ਪਲੂਮਨਰੀ ਵੇਨ। ਹੁਣ ਇੱਥੇ ਹੈ ਇਹ ਵੇਨ, ਪਰ ਕੈਰੀ ਕਿਹੜਾ ਬਲੱਡ ਕਰਦੀ ਹੈ? ਆਕਸੀਜਨੇਟਿਡ ਬਲੱਡ। ਠੀਕ ਹੈ ਜੀ। ਇਹ ਆਪਣਾ ਕੀਤਾ ਹੋਇਆ ਕੁਐਸਚਨ ਆ ਗਿਆ ਜੀ ਟੈਸਟ ਦੇ ਵਿੱਚ, ਆਪਾਂ ਇਹਨੂੰ ਡਿਸਕਸ ਕਰ ਚੁੱਕੇ ਹਾਂ। ਕਹਿੰਦੇ ਇੰਸਟਰੂਮੈਂਟ ਜਿਹੜਾ ਬਲੱਡ ਪ੍ਰੈਸ਼ਰ ਮਾਪਣ ਲਈ ਵਰਤਿਆ ਜਾਂਦਾ, ਇਸ ਦਾ ਮੈਂ ਆਨਸਰ ਇੱਥੇ ਤੁਹਾਨੂੰ ਨਹੀਂ ਦੱਸਣਾ। ਮੈਨੂੰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਹਦਾ ਆਨਸਰ ਦਿਓ ਜੀ।
चलते हैं जी अगे। कहते जी द एक्सक्रीटरी यूनिट इन द ह्यूमन एक्सक्रीटरी सिस्टम। कहते जी वो यूनिट दसो जोड़ा अपने ह्यूमन एक्सक्रीटरी सिस्टम का होंगे सब तो छोटा यूनिट जोड़ा असल दे विच काम करता है, ये होंगे जी नैफरॉन। किडनी दे विच अपने कोल एक छोटा जिहा हिस्सा होंदा जिन्होंने बोलते हैं नैफरॉन। तो नैफरॉन ही की करता है जी अपने कोल जिहड़ा खून है उन्होंने साफ करने का मेन काम करता है। चलते हैं जी अगे। कहते जी द सबसटांस विच इज़ नॉट रीअबजॉर्ब्ड इनटू द ब्लड कैपिलरीज सराउंडिंग द ट्यूब्यूल्स ऑफ नैफरॉन इन इज़ मेनली। हुण हुंदा की है जी जिहड़ा अपने कोल नैफरॉन हुंदा ना उनदे विचों कुछ चीज़ां नूं दुबारा एबजॉर्ब कर लिया जाता। नैफरॉन मतलब जिथे अपना पेशाब यूरीन बनन दी प्रोसैस हुंदी है। देखो ग्लूकोज नूं भी वापस कढ लिया जाता है, अमाइनो एसिड नूं भी कढ लिया जाता है, यूरिया नूं नहीं कढिया जाता, वाटर नूं भी कढ लिया जाता है। सो इत्थे अपने कोल आंसर की बन जाएगा जी ऑप्शन सी यूरिया। यूरिया नूं अपने शरीर विचों बाहर कढना, सो उहनूं दुबारा एबजॉर्ब नहीं किया जाता। अपना क्वेश्चन डिस्कस किया होया आ गया। कहते जी द प्रोसीजर ऑफ क्लीनिंग ब्लड बाय अ परसन बाय यूजिंग किडनी मशीन। इनका हुण आंसर तुसीं मैनूं नीचे देना कमेंट सैक्शन दे विच कि इस प्रोसैस नूं की कहंदे हन। बड़ा इंपॉर्टेंट क्वेश्चन है। तो जिहड़ी आर्टिफिशियल किडनी की प्रोसैस नूं की कहा जाता है, इनका एक होर नाम भी हुंदा, आपां पहलां डिस्कस किया होया, उनका भी तुसीं मैनूं कमेंट सैक्शन दे विच आंसर देना है। चलते हैं जी अगे। कहते जी द एक्सक्रीटरी ऑर्गन इन अर्थवॉर्म। अच्छा क्वेश्चन है जी। कहते जी जोड़ा अपने को अर्थवॉर्म है उनके विच एक्सक्रीटरी ऑर्गन केड़ा है, अपने विच केड़ा किडनी है, अर्थवॉर्म विच केड़ा हुंदा जी ऑप्शन ए नेफ्रीडिया। ठीक है जी, नेफ्रीडिया एक ऑर्गन है जोड़ा अर्थवॉर्म दे विच हुंदा है एक्सक्रीशन दे वास्ते। चलते हैं जी अगे। कहते जी द सैल्स इन अवर बॉडी विच डिस्ट्रॉय डिजीज़ कॉजिंग जर्म। कहते वो सैलों बारे दसो अपने खून दे विच जेड़े की करते हैं बीमारी पैदा करने वाले जीवाणु खत्म करते हैं। खत्म कौन करता है जी, अपने सोल्जर अपने फौजी कौन ने जी, वो WBC वाइट ब्लड सैल। वाइट ब्लड सैल का दूजा नाम ल्यूकोसाइट, भुलना नहीं बिल्कुल भी, इनू बहुत चंगी तरह याद करना है। तो रैड ब्लड सैल का दूसरा नाम की सी, एरिथ्रोसाइट। इनू भी बिल्कुल भी नहीं भुलना, चंगी तरह याद करके जाना है। उम्मीद करदा तुसीं ये क्वेश्चनस नूं नाल नाल लिख भी रहे होवोगे। कहंदे ने ना जी जिवें 100 सुनियारे दियां ते एक लोहार दी, उस तरह ही 100 वारी याद किया तो एक बारी लिखिया एक बराबर है। इस तरह ही मैं वार वार अपनी वीडियोज़ विच रिक्वेस्ट करदा कि क्वेश्चनस नूं लिख लिख के प्रैक्टिस करिया करो, फिर ये तुहानूं कदे भी नहीं भुलणगे। चलते हैं जी अगे। कहते जी द वेव ऑफ एक्सपेंशन ऑफ आर्टरी वैन ब्लड इज़ फोर्सड इनटू इट। कहते जी आर्टरी दे विच पैदा होने वाली तरंग नूं की कहते हैं, इनू बोलते हैं जी पल्स। ये क्वेश्चन वैसे आप टेस्ट दे विच भी परफॉर्म किया होया, जिवें आप डॉक्टर कोल जांदे हैं ना जी, वो अपनी बांह ते की करदा है हत्थ रख के पल्स नूं चैक करदा है। वो की हुंदा है अपनियां जिहड़ियां आर्टरीज़ ने उन्हां विच जदों प्रैशर दे नाल ब्लड आंदा है तो की हुंदियां ने, खुलदियां ते बंद हुंदियां ने। कहते जी इन ऑटोट्रॉप्स वाटर इज़ ट्रांसपोर्टेड थ्रू। कहते जी ऑटोट्रॉप मतलब पौधे, पौधों के विच जिहड़ा पानी किहदे थ्रू ट्रांसफर होंदा है, ये हुंदा जी अपने कोल जाइलम दस्सिया सी, X ते W नेड़े नेड़े ने जी, याद रख लेना है। जाइलम किनू ट्रांसपोर्ट करता है, वाटर नू। चलते हैं जी अज दा आखिरी क्वेश्चन। एन एनीमल हैविंग डबल सर्कुलेशन इन 3 चैम्बर्ड हार्ट इज़। कहते जी अपने कोल कहते केड़ा एनीमल है जिंदे विच डबल सर्कुलेशन है 3 चैम्बर्ड हार्ट दे विच। देखो जी स्पैरो पंछी है, पंछी दे विच 4 चैम्बर वाला हार्ट है। डियर एक मैमल है, इहदे विच 4 चैम्बर वाला हार्ट है। फिश तो वैसे ही मच्छी, इहदे विच 2 चैम्बर वाला हार्ट है। अपने कोल आ गई जी ऑप्शन बी स्नेक। स्नेक इहदा करैक्ट उत्तर होएगा जी। जिहड़ा स्नेक है अपने कोल वो की करदा है जी, डबल सर्कुलेशन भी करदा है ते 3 चैम्बर वाला हार्ट भी हुंदा है। ते इसे दे नाल ही अपना लाइफ प्रोसैसिस वाला 10th क्लास का सब तो वड्डा चैप्टर खत्म हो चुका है। इस दे 2 पार्ट होर ने, मैं इहदी एंड स्क्रीन दे विच लगा रहा, इसनूं भी तुसीं चंगी तरह कर लेना। तो कैमिस्ट्री दियां भी कुछ मैं चैप्टर्स अपलोड किए हुए हैं, उन्होंने भी चंगी तरह देख लो। तो जिहड़ी अपनी टैस्ट सीरीज़ चल रही है इसनूं कर लो। मैं गारंटी देना कि साइंस का कोई भी क्वेश्चन इस तो बाहर नहीं आएगा। ठीक है जी, आपां अपनी मेहनत चंगी तरह करिए तो मालक आपां नूं फल भी जरूर देगा। ठीक है जी, जे तुहानूं अज दी वीडियो चंगी लगी होए तुसीं इसनूं अपने दोस्तां मित्रां नाल शेयर करो, सो दैट वो भी इसका लाभ उठा सकन। धन्नवाद जी।